ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਨਫੋਕਸ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਕੈਨੇਡਾ ਤੋਂ ਕੋਵਿਡ-19 ਅਪਡੇਟਸ ਦੇ ਨਾਲ ਅਸੀਂ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਕੈਨੇਡਾ ਵਿੱਚ ਕੋਵਿਡ-19 ਕੇਸਿਸ ਦਾ ਅੰਕੜਾ 1,05,000 ਤੋਂ ਉੱਪਰ ਹੋ ਚੁੱਕਾ ਹੈ, ਪਰ ਇਸ ਦੇ ਨਾਲ ਹੀ 67,000 ਤੋਂ ਉੱਪਰ ਲੋਕ ਰਿਕਵਰ ਵੀ ਹੋ ਚੁੱਕੇ ਨੇ। ਆਓ ਇੱਕ ਨਜ਼ਰ ਪਾਉਂਦੇ ਹਾਂ ਹੁਣ ਕੀ ਹੈ ਖਾਸ ਇਨਫੋਕਸ ਦੇ ਵਿੱਚ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਇੱਕ ਵਾਰੀ ਫਿਰ ਤੋਂ ਕੇਸਿਸ ਰਿਪੋਰਟ ਕੀਤੇ ਗਏ ਨੇ, ਪਰ ਹੁਣ ਵੱਖ-ਵੱਖ ਸੂਬਿਆਂ ਵੱਲੋਂ ਰਿਪੋਰਟ ਕੀਤੇ ਜਾ ਰਹੇ ਕੇਸਿਸ ਵਿੱਚ ਥੋੜੀ ਗਿਰਾਵਟ ਆਈ ਹੈ। ਹੈਲਥ ਕਮੇਟੀ ਦਾ ਕੀ ਅਪਡੇਟ ਹੈ, ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ। ਸਤਿ ਸ਼੍ਰੀ ਅਕਾਲ ਸੋਨੀਆ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਦੇ ਵਿੱਚ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਪੀਟੀਸੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਸੋਨੀਆ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਅਸੀਂ ਗੱਲ ਕੀਤੀ ਕਿ ਵੱਖ-ਵੱਖ ਸੂਬਿਆਂ ਵੱਲੋਂ ਕੇਸਿਸ ਤਾਂ ਹਜੇ ਵੀ ਰਿਪੋਰਟ ਕੀਤੇ ਜਾ ਰਹੇ ਨੇ, ਪਰ ਥੋੜੀ ਗਿਰਾਵਟ ਦੇਖੀ ਜਾ ਰਹੀ ਹੈ। ਹੈਲਥ ਕਮੇਟੀ ਦੀ ਖਾਸ ਤੌਰ ਤੇ ਗੱਲ ਕਰੀਏ ਤਾਂ ਅੱਜ ਹੈਲਥ ਕਮੇਟੀ ਦੀ ਮੀਟਿੰਗ ਹੋਈ ਹੈ, 31ਵੀਂ ਮੀਟਿੰਗ ਹੋ ਚੁੱਕੀ ਹੈ ਹੈਲਥ ਕਮੇਟੀ ਦੀ। ਅੱਜ ਦੀ ਮੀਟਿੰਗ ਵਿੱਚ ਕੀ ਅਪਡੇਟ ਹੈਗਾ? ਰੁਪਿੰਦਰ ਜੀ, ਅੱਜ ਜਿਵੇਂ 31ਵੀਂ ਮੀਟਿੰਗ ਸੀਗੀ ਹੈਲਥ ਕਮੇਟੀ ਦੀ, ਹੁਣੇ ਹੀ ਫਿਨਿਸ਼ ਹੋਈ ਹੈਗੀ ਆ। ਉਹਦੇ ਵਿੱਚ ਅੱਜ ਮੈਰੀਟ੍ਰੋਨਿਕ ਜਿਹੜੇ ਬਰੈਂਪਟਨ ਸਾਊਥ ਦੇ ਵਿੱਚ ਕੈਨੇਡਾ ਮੈਰੀਟ੍ਰੋਨਿਕ, ਉਹ ਵੀ ਐਜ਼ ਅ ਵਿਟਨੈਸਿਸ ਆਏ ਹੋਏ ਸੀਗੇ। ਉਹਨਾਂ ਨੇ ਕਾਫੀ ਦੱਸਿਆ ਹੈਗਾ ਕਿ ਵੈਂਟੀਲੇਟਰ ਉਹਨਾਂ ਨੇ ਕਾਫੀ ਬਣਾਏ ਹੈਗੇ ਆ, ਜਿਹੜੇ ਕਿ ਬਾਕੀ ਹੋਰ ਵੀ ਜਿਹੜੇ ਵਿਟਨੈਸਿਸ ਉਹਨਾਂ ਤੋਂ ਪਤਾ ਲੱਗਿਆ ਹੈਗਾ ਕਿ ਜਿਹੜੀਆਂ ਵੀ ਕੋਈ ਵੈਕਸੀਨ ਦੇ ਵਿੱਚ ਜਿਵੇਂ ਕੈਨੇਡਾ ਵੀ ਕਾਫੀ ਜਿਹੜੀ ਇਨਵੈਸਟਮੈਂਟ ਕੀਤੀ ਆ, ਕਲੀਨਿਕਲ ਟ੍ਰਾਇਲਸ ਚੱਲ ਰਹੇ ਹੈਗੇ ਆ। ਸੋ ਹੋਪਫੁਲੀ ਅਸੀਂ ਬਹੁਤ ਹੀ ਸਾਰੀ ਇੱਕ ਤੇ ਜਿਹੜੀ ਗਲੋਬਲੀ ਅਸੀਂ ਇਕੱਠੇ ਕੰਮ ਕਰ ਰਹੇ ਹੈਗੇ ਆ, ਬਾਕੀ ਕੈਨੇਡਾ ਦੇ ਆਪਣਾ ਵੀ ਜਿਹੜਾ ਵੱਖ-ਵੱਖ ਥਾਂ ਤੇ ਕਲੀਨਿਕ ਟ੍ਰਾਇਲਸ ਵੀ ਚੱਲ ਰਹੇ ਹੈਗੇ ਆ। ਸੋ ਕਾਫੀ ਸਾਰੇ ਸਭ ਫਸੇ ਮਿਹਨਤ ਕਰ ਰਹੇ ਹੈਗੇ। ਬਾਕੀ ਇੱਕ ਪੀਪੀ ਲਈ ਤੁਸੀਂ ਅੱਜ ਦੇਖਿਆ ਹੋਵੇਗਾ ਕਿ ਜਿਹੜੀ ਆਪਾਂ ਕੈਂਪੇਨ ਸੀਗਾ ਉਹ ਆਪਾਂ ਸਫੀਸ਼ੀਐਂਟ ਪੀਪੀ ਹੈਗਾ, ਕਿਉਂਕਿ ਜੇ ਸੈਕਿੰਡ ਵੇਵ ਆਉਂਦੀ ਹੈ ਪ੍ਰੀਕਾਸ਼ਨਸ ਤੇ ਲੈਣੀਆਂ ਹੀ ਹੈਗੀਆਂ। ਜਿਵੇਂ ਕਿ ਤੁਸੀਂ ਕਿਹਾ ਹੈਗਾ ਕਿ ਇੱਥੇ ਵੀ ਜਿਹੜੇ ਕੇਸ ਸਰਜ ਨਹੀਂ ਹੋ ਰਹੇ, ਜਿਹੜੇ ਮੈਂਡੇਟਰੀ ਮਾਸਕ ਕੀਤੇ ਗਏ ਹੈਗੇ ਆ, ਚਾਹੇ ਸਾਡੇ ਫਰੰਟ ਲਾਈਨ ਵਰਕਰਸ ਹੈਗੇ ਆ। ਸੋ ਜੇ ਸੈਕਿੰਡ ਵੇਵ ਜੇ ਹਿੱਟ ਕਰਦੀ ਹੈਗੀ ਆ, ਸਾਨੂੰ ਪ੍ਰੀਕਾਸ਼ਨਸ ਵਾਸਤੇ ਵੀ ਆਰ ਰੈਡੀ ਫॉर दैट। ਜੇ ਤੁਸੀਂ ਅੱਜ ਦੀ ਨਿਊਜ਼ ਦੇਖੀ ਹੋ, ਆਰਟੀਕਲ ਦੇਖਿਆ ਹੋਵੇ, ਪੀਪੀ ਪ੍ਰੋਡਕਸ਼ਨ ਜਿਹੜੀ ਆ ਕੈਨੇਡੀਅਨ ਕੰਪਨੀਆਂ ਵੱਲੋਂ ਇੰਨੀ ਹੋ ਚੁੱਕੀ ਆ ਕਿ ਵੀ ਆਰ ਸਫੀਸ਼ੀਐਂਟ ਫॉर दैट। ਜੀ ਬਿਲਕੁਲ। ਇੱਕ ਹੋਰ ਗੱਲ ਜਾਣਨਾ ਚਾਹਾਂਗੇ, ਇਸ ਮਹੀਨੇ ਤੋਂ ਜਿਹੜਾ ਹੈਗਾ ਸੀਨੀਅਰਸ ਗ੍ਰਾਂਟ ਜਿਹੜੀ ਐਲਾਨੀ ਗਈ ਸੀ ਪ੍ਰਾਈਮ ਮਿਨਿਸਟਰ ਵੱਲੋਂ, ਬੀਤੇ ਦਿਨੀ ਇਸ ਮਹੀਨੇ ਤੋਂ ਸੀਨੀਅਰਸ ਗ੍ਰਾਂਟ ਮਿਲਣੀ ਸ਼ੁਰੂ ਹੋ ਜਾਏਗੀ। ਪਰ ਬੀਤੇ ਦਿਨੀ ਤੁਸੀਂ ਕਾਫੀ ਸੀਨੀਅਰਸ ਨਾਲ, ਕਾਫੀ ਸੀਨੀਅਰ ਕਲੱਬਸ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਕੀ ਹਜੇ ਕੁਝ ਹੋਰ ਇਹਨਾਂ ਦੇ ਇਸ਼ੂਜ਼ ਨੇ ਜੋ ਤੁਹਾਨੂੰ ਲੱਗਦਾ ਹੈ ਕਿ ਐਡਰੈਸ ਕੀਤੇ ਜਾਣੇ ਚਾਹੀਦੇ ਹੈ? ਬਿਲਕੁਲ ਰੁਪਿੰਦਰ ਜੀ, ਕੱਲ ਤਕਰੀਬਨ 1 ਘੰਟਾ ਮੇਰੀ ਗੱਲ ਹੋਈ ਸੀਨੀਅਰ ਆਰਗੇਨਾਈਜੇਸ਼ਨਸ ਦੇ ਜਿੰਨੇ ਵੀ ਪ੍ਰਧਾਨ ਸੀਗੇ ਜਾਂ ਉਹਨਾਂ ਦੇ ਮੈਂਬਰ ਸੀਗੇ। ਕਾਫੀ ਜਿਹੜੇ ਸੀਨੀਅਰਸ ਇਸ਼ੂ ਬਾਰੇ ਵੀ ਪਤਾ ਲੱਗ ਗਿਆ, ਪਰ ਉਹ ਕਾਫੀ ਖੁਸ਼ ਸੀਗੇ ਕਿ ਅੱਜ 6 ਜੁਲਾਈ ਨੂੰ ਐਰੋਮੈਰਿਕ ਜਿਹੜਾ $500 ਹੈਗਾ, ਉਹਨਾਂ ਦੇ $300 OS ਜਿਹੜੇ ਐਲੀਜੀਬਲ ਹੈਗੇ ਆ, $200 GIS ਜਿਹੜੇ ਐਲੀਜੀਬਲ ਆ, ਉਹਨਾਂ ਨੂੰ ਅੱਜ ਆਟੋਮੈਟਿਕਲੀ ਜਿਹੜਾ ਉਹਨਾਂ ਦੇ ਅਕਾਊਂਟ 'ਚ ਜਮ੍ਹਾਂ ਹੋ ਜਾਊਗਾ। ਉਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਤੁਸੀਂ ਅੱਜ ਕੱਲ੍ਹ ਸਕੈਮ ਕਾਲਸ ਬਹੁਤ ਆ ਰਹੀਆਂ ਹੈਗੀਆਂ। ਸੋ ਮੈਂ ਸਾਰੇ ਸੀਨੀਅਰਸ ਨੂੰ ਅਪੀਲ ਕਰਨਾ ਚਾਹੂੰਗੀ ਕਿ ਕੋਈ ਵੀ ਆਪਣੀ ਇਨਫੋਰਮੇਸ਼ਨ, ਤੁਸੀਂ ਪਰਸਨਲ ਇਨਫੋਰਮੇਸ਼ਨ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨੀ। ਤੁਹਾਡੇ ਜਿਹੜਾ ਆਟੋਮੈਟਿਕਲੀ ਇਹ ਜਿਹੜਾ ਅਮਾਊਂਟ ਹੈਗਾ, ਵਨ ਟਾਈਮ ਪੇਮੈਂਟ ਜਿਹੜੀ ਹੈਗੀ ਆ, ਆਟੋਮੈਟਿਕਲੀ ਤੁਹਾਡੇ ਅਕਾਊਂਟ 'ਚ ਜਮ੍ਹਾਂ ਹੋ ਜਾਊਗੀ। ਸੋ ਤੁਸੀਂ ਇਹਦੇ ਬਾਰੇ ਵੀ ਕੋਈ ਪਰਸਨਲ ਇਨਫੋਰਮੇਸ਼ਨ, ਜੇ ਤੁਹਾਨੂੰ ਕੋਈ ਫੋਨ ਆਉਂਦਾ, ਤੁਸੀਂ ਉਹਦੇ ਬਾਰੇ ਨਹੀਂ ਸ਼ੇਅਰ ਕਰਨੀ। ਉਹ ਸਕੈਮ ਕਾਲਸ ਵੀ ਹੋ ਸਕਦੀਆਂ ਹੈਗੀਆਂ, ਤੇ ਜਿਹੜੀ ਮਨੀ ਜਿਹੜੀ ਜਮ੍ਹਾਂ ਹੋਊਗੀ ਉਹ ਨਾਨ ਟੈਕਸੇਬਲ ਹੈਗੀ ਹੈ। ਬਾਕੀ ਰੁਪਿੰਦਰ ਜੀ, ਸੀਨੀਅਰਸ ਬਾਰੇ ਜਿਹੜੇ ਇਸ਼ੂਜ਼ ਕਾਫੀ ਜਿਹੜੇ ਕਾਲ ਸੀਗੇ, ਉਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਜਿਹੜੇ ਕਾਫੀ ਪ੍ਰੋਗਰਾਮ ਜਿਹੜੇ ਚਲਾਏ ਗਏ ਹੈਗੇ ਆ, ਉਹਨਾਂ ਦੇ ਵਿੱਚ ਸੀਨੀਅਰਸ ਲਈ ਚਾਹੇ ਉਹ ਕਲਾਸਾਂ ਵੀ, ਕੱਲ ਇੱਕ ਸੀਨੀਅਰਸ ਜਿਹੜੇ ਸੀਗੇ ਕਲੱਬ ਦੇ ਕੰਪਿਊਟਰ ਵੀ ਸਿਖਾਉਂਦੇ ਹੈਗੇ ਆ। ਸੋ ਹੋਰ ਵੀ ਕਾਫੀ ਕੁਝ ਸੀਨੀਅਰਸ ਲਈ ਜਿਹੜੀ ਐਕਟੀਵਿਟੀਜ਼ ਹੋ ਰਹੀਆਂ ਹੈਗੀਆਂ। ਸੋ ਮੈਂ ਸਾਰੇ ਸੀਨੀਅਰਸ ਦੇ ਕਲੱਬਸ ਨੂੰ ਕਹੂੰਗੀ ਕਿ ਕੱਲ ਇੱਕ ਸੀਨੀਅਰ ਕਲੱਬ ਉਹ ਵੱਖ-ਵੱਖ ਕਲੱਬਾਂ ਵਿੱਚ ਜਾ ਕੇ ਫੂਡ ਬਾਰੇ ਦੱਸਦੇ ਹੈਗੇ, ਕਿਸ ਤਰ੍ਹਾਂ ਦਾ ਫੂਡ ਖਾਣਾ ਚਾਹੀਦਾ ਹੈਗਾ। ਸੋ ਮੈਂ ਉਹਨਾਂ ਨੂੰ ਕੱਲ ਅਪੀਲ ਕੀਤੀ ਕਿ ਸਾਰੇ ਹੀ ਸੀਨੀਅਰ ਕਲੱਬਸ ਨਾਲ ਤੁਸੀਂ ਕੰਟੈਕਟ ਕਰੋ, ਤਾਂ ਕਿ ਸਾਰੇ ਹੀ ਸੀਨੀਅਰਸ ਇਹਦੇ ਤੋਂ ਬੈਨੀਫਿਟ ਲੈ ਸਕਣ। ਹੋਰ ਵੀ ਜਿਹੜੀਆਂ ਕਈ ਬਿਲੀਅਨਸ ਆਫ ਜਿਹੜੀ ਕਮਿਊਨਿਟੀਜ਼ ਇਨਵੈਸਟ ਕੀਤਾ ਗਿਆ, ਜਿਵੇਂ ਯੂਨਾਈਟਿਡ ਵੇ ਤੇ $9 ਮਿਲੀਅਨ ਜਿਹੜਾ ਦਿੱਤਾ ਗਿਆ ਹੈਗਾ, ਤਾਂ ਕਿ ਸਾਡੇ ਸੀਨੀਅਰਸ ਨੂੰ ਜੇ ਕਿਸੇ ਨੂੰ ਮੈਡੀਕੇਸ਼ਨ ਡਿਲੀਵਰ ਕਰਨ ਦੀ ਲੋੜ ਹੈਗੀ ਆ, ਜਾਂ ਫੂਡ ਡਿਲੀਵਰੀ ਦੀ, ਗਰੋਸਰੀ ਡਿਲੀਵਰ ਕਰਨ ਦੀ ਲੋੜ ਹੈਗੀ ਆ, ਤਾਂ ਕਿ ਉਹ ਛੋਟੀਆਂ-ਛੋਟੀਆਂ ਆਰਗੇਨਾਈਜੇਸ਼ਨ ਉਹਨਾਂ ਦੀ ਹੈਲਪ ਕਰ ਸਕਣ। ਸੋ ਕਾਫੀ ਕੁਝ ਸੀਨੀਅਰਸ ਲਈ ਕੀਤਾ ਗਿਆ ਹੈਗਾ ਥਰੂ COVID-19।
ਤੇ ਉਹਦੇ ਵਾਸਤੇ ਚਾਹੇ ਕੈਨੇਡਾ ਸਰਕਾਰ ਜਿਹੜੀਆਂ ਕਿਉਂਕਿ ਵੱਡੀਆਂ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ ਉਹਨਾਂ ਨੂੰ ਜਿਹੜੀਆਂ ਜਿਹੜੇ ਗ੍ਰਾਂਟਸ ਜਿਵੇਂ ਕੈਨੇਡਾ ਸਮਰ ਜੌਬ ਹੈ ਸਟੂਡੈਂਟਸ ਕਈ ਹੈਗੇ ਆ ਉਸ ਹੈਲਪ ਕਰਨ ਵਾਸਤੇ ਤੇ ਅਸੀਂ ਆਪਣੀਆਂ ਜਿਹੜੀਆਂ ਗ੍ਰਾਂਟਸ ਆ ਉਹ ਵੀ ਵੈਬਸਾਈਟ ਤੇ ਪਾਉਂਦੇ ਹੈਗੇ ਆ ਟਾਈਮ ਟੂ ਟਾਈਮ ਕੱਲ ਇੱਕ ਹੋਰ ਜਿਹੜਾ ਸਾਡੇ ਡਿਸੇਬਲ ਸੀਨੀਅਰਸ ਹੈਗੇ ਉਹਨਾਂ ਲਈ ਇੱਕ ਗ੍ਰਾਂਟ ਜਿਹੜੀ ਆ ਉਹ ਪੋਸਟ ਕੀਤੀ ਗਈ ਹੈਗੀ ਆ ਜਿਨ੍ਹਾਂ ਕੋਲ ਵੀਲ ਚੇਅਰਸ ਜਿਹੜੀ ਆਰਗੇਨਾਈਜੇਸ਼ਨਸ ਦੇ ਅੱਗੇ ਰੈਂਪ ਨਹੀਂ ਹੈਗਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਉਹਨਾਂ ਨੂੰ ਚਾਹੀਦਾ ਹੈਗਾ ਜਿਹੜੇ ਸਾਡੇ ਡਿਸੇਬਲਸ ਹੈਗੇ ਆ ਸੀਨੀਅਰਸ ਜਾਂ ਕੋਈ ਵੀ ਪ੍ਰੈਜ਼ੀਡੈਂਟ ਹੈਗਾ ਉਹਨਾਂ ਵਾਸਤੇ ਐਕਸੈਸਿਬਿਲਿਟੀ ਦੀ ਜਿਹੜੀ ਗ੍ਰਾਂਟ ਹੈਗੀ ਆ ਉਹ ਕੱਲ ਜਿਹੜੀ ਆ ਅਸੀਂ ਆਪਣੀ ਪੋਸਟ ਕੀਤੀ ਹੈ ਜੇ ਕੋਈ ਆਰਗੇਨਾਈਜੇਸ਼ਨਸ ਉਹਨਾਂ ਤੋਂ ਬੈਨੀਫਿਟ ਲੈਣਾ ਚਾਹੁੰਦੇ ਹੈਗੇ ਆ ਸੋ ਪਲੀਜ਼ ਕੰਟੈਕਟ your local MP's office ਜਾਂ ਜਿਹੜੀਆਂ ਵੈਬਸਾਈਟਸ ਤੇ ਵੀ ਇਹ ਗ੍ਰਾਂਟਸ ਹੁੰਦੀਆਂ ਟਾਈਮ ਟੂ ਟਾਈਮ ਅਸੀਂ ਪੋਸਟ ਕਰਦੇ ਰਹਿੰਦੇ ਹੈਗੇ ਆ ਪਰ ਅੱਜ ਦੀ ਜਿਹੜੀ ਖੁਸ਼ੀ ਦੀ ਗੱਲ ਹੈਗੀ ਆ ਕਿ ਅੱਜ 6 ਜੁਲਾਈ ਨੂੰ ਸੀਨੀਅਰਸ ਦੇ ਜਿਹੜੇ ਆ ਹੈਲਪ ਜਿਹੜੀ ਹੈਗੀ ਫੈਡਰਲ ਗਵਰਨਮੈਂਟ ਵੱਲੋਂ ਉਹ ਜੇ ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦੇ ਬੈਂਕ ਅਕਾਊਂਟ 'ਚ ਜਿਹੜੀ ਜਮ੍ਹਾਂ ਹੋ ਜਾਏਗੀ ਜੇ ਐਲੀਜੀਬਲ ਹੈਗੇ ਆ GIS-OS ਲਈ ਜਿਹੜਾ ਕਿ ਵਨ ਟਾਈਮ ਪੇਮੈਂਟ ਹੈਗੀ ਆ ਉਹਦੇ ਤੇ ਟੈਕਸ ਨਹੀਂ ਲੱਗਣਾ ਹੈਗਾ ਤੇ ਇਹਦੇ ਬਾਰੇ ਅੱਜ ਜਿਹੜੇ ਆ ਚੈੱਕਸ ਆਉਣੇ ਸ਼ੁਰੂ ਹੋ ਗਏ ਜੀ ਸੋਨੀਆ ਜੀ ਬਹੁਤ ਧੰਨਵਾਦ ਪੀਟੀਸੀ ਲਈ ਤੁਸੀਂ ਟਾਈਮ ਕੱਢਿਆ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਜੇ ਤੁਹਾਡੇ ਕੋਲ ਕੋਈ ਹੋਰ ਹੈਲਥ ਕਮੇਟੀ ਦਾ ਅਪਡੇਟ ਆਉਂਦਾ ਹੈ ਤਾਂ ਅਸੀਂ ਤੁਹਾਡੇ ਨਾਲ ਕਨੈਕਟ ਕਰਾਂਗੇ ਥੈਂਕ ਯੂ ਸੋ ਮਚ ਐਂਡ ਸਟੇ ਸੇਫ ਥੈਂਕ ਯੂ ਫॉर ਹੈਵਿੰਗ ਮੀ ਔਨ ਦਿਸ ਸ਼ੋ ਤੇ ਇਨ ਫੋਕਸ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ ਤੁਸੀਂ ਬਣੇ ਰਹੋ ਸਾਡੇ ਨਾਲ ਬ੍ਰੇਕ ਤੋਂ ਬਾਅਦ ਇਨ ਫੋਕਸ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਰੁਕ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦਾ ਜਿੱਥੇ ਡੈਸਜਾਰਡਨਸ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਮੈਨੇਜਿੰਗ ਡਾਇਰੈਕਟਰ ਪਰਮਿੰਦਰ ਚੌਹਾਨ ਸਾਡੇ ਨਾਲ ਜੁੜ ਰਹੇ ਨੇ ਜੋ ਖਾਸ ਤੌਰ ਤੇ ਪੈਂਡੈਮਿਕ ਕਾਰਨ ਇੰਸ਼ੋਰੈਂਸ ਇੰਡਸਟਰੀ ਤੇ ਕੀ ਕੁਝ ਫਰਕ ਪਿਆ ਇਸ ਸੰਬੰਧੀ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਬਹੁਤ ਧੰਨਵਾਦ ਪੀਟੀਸੀ ਦੇ ਨਾਲ ਜੁੜਨ ਦੇ ਲਈ ਥੈਂਕ ਯੂ ਤੁਹਾਡਾ ਬਹੁਤ ਮੈਨੂੰ ਆਪਣੇ ਪ੍ਰੋਗਰਾਮ ਤੇ ਟਾਈਮ ਦੇਣ ਦੇ ਲਈ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਕੋਵਿਡ-19 ਪੈਂਡੈਮਿਕ ਦਾ ਅਸਰ ਵੱਖ-ਵੱਖ ਸੈਕਟਰਸ ਤੇ ਵੱਖ-ਵੱਖ ਫੀਲਡਸ ਵਿੱਚ ਵੇਖਣ ਨੂੰ ਮਿਲਿਆ ਖਾਸ ਤੌਰ ਤੇ ਇੰਸ਼ੋਰੈਂਸ ਇੰਡਸਟਰੀ ਦੀ ਗੱਲ ਕਰੀਏ ਤਾਂ ਤੁਸੀਂ ਕਾਫੀ ਸਾਲਾਂ ਤੋਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਹੁਣ ਜਦੋਂ ਪੈਂਡੈਮਿਕ ਦਾ ਅਸਰ ਹੋਇਆ ਤਾਂ ਇਸ ਇੰਡਸਟਰੀ ਤੇ ਕਿਸ ਤਰ੍ਹਾਂ ਦਾ ਅਸਰ ਵੇਖਣ ਨੂੰ ਮਿਲਿਆ ਤੁਹਾਨੂੰ ਪਤਾ ਹੀ ਕਿ ਇੰਸ਼ੋਰੈਂਸ ਬਿਜ਼ਨਸ ਜਿਹੜਾ ਆ ਇਹ ਟਰਸਟ ਦੇ ਬੇਸ ਤੇ ਆ ਲੋਕ ਜ਼ਿਆਦਾ ਫੇਸ ਟੂ ਫੇਸ ਮਿਲਣਾ ਚਾਹੁੰਦੇ ਆ they want to touch and feel ਕਰਕੇ ਅਗਲਾ ਕਹਿੰਦਾ ਅਸੀਂ ਪ੍ਰੋਡਕਟ ਬਾਏ ਕਰਨਾ ਸੋ ਸ਼ੁਰੂ 'ਚ ਬਹੁਤ ਸਾਨੂੰ ਸਟਰਗਲ ਕਰਨੀ ਪਈ ਕਿਉਂਕਿ ਨਵੇਂ ਟੂਲ ਅਡਾਪਟ ਕਰਨੇ ਪਏ ਸਾਰਾ ਕੁਝ ਕੋਵਿਡ ਨੇ ਚੇਂਜ ਕਰ ਦਿੱਤਾ ਸਾਰੇ ਘਰ ਦੇ ਵਿੱਚ ਸਟਕ ਹੋ ਗਏ ਤੋ ਇਸ ਕਰਕੇ ਕਈ ਟੈਕਨੋਲੋਜੀ ਦੀਆਂ ਚੇਂਜਸ ਸਾਨੂੰ ਲੈ ਕੇ ਆਉਣੀਆਂ ਪਈਆਂ ਜਿੱਦਾਂ ਪਹਿਲਾਂ ਨੌਨ ਫੇਸ ਟੂ ਫੇਸ ਜਿਹੜੀ ਆ ਐਪਲੀਕੇਸ਼ਨਸ ਅਵੇਲੇਬਲ ਨਹੀਂ ਸੀਗੀਆਂ ਤੇ ਫੇਸ ਟੂ ਫੇਸ ਹੀ ਕਰਵਾ ਸਕਦੇ ਸੀ ਪਰਸਨਲੀ ਸਾਈਨ ਕਰਾਉਣੀਆਂ ਪੈਂਦੀਆਂ ਸੀ ਚੀਜ਼ਾਂ ਸੋ ਉਹਦੇ ਨਾਲ ਕੀ ਹੋਇਆ ਕਿ ਨੋ ਡਿਜੀਟਲ ਸਾਈਨ ਅਪ ਜਿਹੜੀ ਆ ਈ ਸਿਗਨੇਚਰ ਸਟਾਰਟ ਹੋਏ ਸੋ ਅਸੀਂ ਟੈਕਨੋਲੋਜੀ ਅਡਾਪਟ ਕੀਤੀ ਉਹਨੂੰ ਆਪਾਂ ਕਹਿੰਦੇ ਵਨ ਸਪੈਨ ਸੋ ਉਹਦੇ ਥਰੂ ਕਲਾਇੰਟ ਘਰ ਬੈਠੇ ਜਿਹੜੇ ਆ ਪਹਿਲਾਂ ਤਾਂ ਸਭ ਤੋਂ ਵੱਡਾ ਚੈਲੰਜ ਸੀ ਕੰਫਰਟ ਲੈਵਲ ਦਾ ਸੋ ਕੰਫਰਟ ਲੈਵਲ ਇਕੱਲਾ ਕਲਾਇੰਟ ਦਾ ਹੀ ਨਹੀਂ ਉਹਦੇ ਵਿੱਚ ਐਡਵਾਈਜ਼ਰਸ ਦਾ ਤੁਹਾਨੂੰ ਪਤਾ ਹੀ ਮੇਰੇ ਕੋਲ ਸਾਡੇ ਕੋਲ ਟੀਮ ਹੈਗੀ ਓਵਰ 600 ਐਡਵਾਈਜ਼ਰ ਜਿਹੜੇ ਸਾਡੇ ਨਾਲ ਕੰਮ ਕਰਦੇ ਆ ਹਰ ਇੱਕ ਨੂੰ ਕੰਫਰਟੇਬਲ ਕਰਨਾ ਬਹੁਤੇ ਬੰਦੇ ਜਦੋਂ ਫੇਸ ਟੂ ਫੇਸ ਮਿਲਦੇ ਆ ਉਹ ਫੋਨ ਕਾਲਸ ਘੱਟ ਕਰਦੇ ਆ ਕਈ ਵਾਰੀ ਫੋਨ ਕਾਲ ਕਰਨ ਵਾਲਾ ਦੂਸਰਾ ਬੰਦਾ ਹੁੰਦਾ ਅਪਾਇੰਟਮੈਂਟ ਸੈਟਅਪ ਕਰਨ ਲਈ ਤੇ ਐਕਚੁਅਲ ਜਿਹੜੀ ਸੇਲ ਆ ਉਹਨੂੰ ਪ੍ਰੋਸੈਸ ਕਰਨ ਲਈ ਜਾਂ ਪ੍ਰੈਜ਼ੈਂਟ ਕਰਨ ਲਈ ਡਿਫਰੈਂਟ ਐਡਵਾਈਜ਼ਰ ਜਾਂਦਾ ਸੋ ਉਹਦੇ ਵਿੱਚ ਉਹਨਾਂ ਨੂੰ ਕੰਫਰਟੇਬਲ ਕਰਨਾ ਕਿ ਜਿਸ ਤਰੀਕੇ ਨਾਲ ਸਾਰਾ ਕੁਝ ਚੇਂਜ ਹੋਇਆ ਕਿੱਦਾਂ ਉਹਨੂੰ ਹੈਂਡਲ ਕੀਤਾ ਜਾ ਸਕਦਾ ਸੋ ਸਪੈਸ਼ਲੀ ਸਾਡੇ ਆਪਣੇ ਆਫਿਸ ਦੇ ਵਿੱਚ ਕਿਉਂਕਿ ਮੈਂ ਫੇਸ ਟੂ ਫੇਸ ਨਹੀਂ ਕਿਸੇ ਨੂੰ ਮਿਲ ਸਕਿਆ ਸੋ ਅਸੀਂ ਜਿਹੜਾ ਆ ਲਾਈਵ ਸਟਰੀਮਿੰਗ ਦਾ ਸਿਸਟਮ ਜਿਹੜਾ ਆ ਉਹ ਆਫਿਸ ਦੇ ਵਿੱਚ ਇੰਸਟਾਲ ਕੀਤਾ ਸੋ ਜਿਹਦੇ ਤੇ ਮੈਂ ਲਾਈਵ ਹੁੰਦਾ ਸੀ ਸਾਰੇ ਐਡਵਾਈਜ਼ਰਸ ਦੇ ਨਾਲ ਕੰਟਰੀ ਵਾਈਡ ਸਾਰੇ ਕਿਤਿਓਂ ਵੀ ਮੇਰੇ ਨਾਲ ਕਨੈਕਟ ਹੋ ਸਕਦੇ ਉਹਦੇ ਤੇ ਸੋ ਇੱਦਾਂ ਦੇ ਟੂਲ ਤਾਂ ਚੀਜ਼ਾਂ ਰੀਸੋਰਸਿਸ ਸਾਨੂੰ ਡਿਫਰੈਂਟਲੀ ਸਟਰਕਚਰ ਕਰਨੀਆਂ ਪਈਆਂ ਕੋਵਿਡ ਦੇ ਥਰੂ
ਜੀ ਬਿਲਕੁਲ, ਕਿਉਂਕਿ ਮਾਹੌਲ ਬਦਲਿਆ ਤਾਂ ਫਿਰ ਹਰ ਕਿਸੇ ਨੂੰ ਆਪਣੇ ਟੂਲਸ ਬਦਲਨੇ ਪਏ, ਹਰ ਕੋਈ ਡਿਜੀਟਲ ਜ਼ਿਆਦਾ ਕੰਮ ਕਰਨ ਲੱਗ ਪਿਆ। ਪਰ ਜੇ ਖਾਸ ਤੌਰ ਤੇ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਇੰਸ਼ੋਰੈਂਸ ਇਹ ਹੁੰਦਾ ਹੈ ਕਿ ਕਈ ਵਾਰੀ ਲੋਕ ਸੋਚਦੇ ਨੇ ਕਿ ਸਾਨੂੰ ਇਹ ਸਾਡੇ ਕੋਲ ਇਸ ਤਰ੍ਹਾਂ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਪਰ ਟਾਈਮ ਸਿਰ ਲੈਂਦੇ ਨਹੀਂ। ਪਰ ਜਾਂ ਹਾਂਜੀ, ਜਿਨ੍ਹਾਂ ਨੇ ਲਈ ਵੀ ਹੋਈ ਸੀ ਉਹਦੇ ਵਿੱਚ ਵੀ ਕਾਫੀ ਬਦਲਾਵ ਆਏ, ਤਾਂ ਉਹ ਕਿਸ ਤਰ੍ਹਾਂ ਦੇ ਬਦਲਾਵ ਦੇਖੇ ਨੇ ਤੁਸੀਂ? ਇਹਦੇ ਵਿੱਚ ਇਸ ਵੇਲੇ ਜ਼ਿਆਦਾ ਕੰਸਰਨ ਸੀ ਲੋਕਾਂ ਦਾ ਕਿ ਕੋਵਿਡ ਜਿਹੜਾ ਆ ਉਹਦੀ ਕਵਰੇਜ ਪਾਲਿਸੀ ਦੇ ਵਿੱਚ ਹੋਏਗੀ ਜਾਂ ਨਹੀਂ ਹੋਏਗੀ, ਕਿਉਂਕਿ ਨਵੀਆਂ ਇੰਸ਼ੋਰੈਂਸ ਕੰਪਨੀਆਂ ਵਾਲੇ ਵੀ ਨਵੀਆਂ ਚੀਜ਼ਾਂ ਸਾਰੀਆਂ ਸੀਗੀਆਂ। ਉਹ ਬਹੁਤੇ ਬੰਦਿਆਂ ਨੂੰ ਐਕਚੁਅਲੀ ਇੰਸ਼ੋਰੈਂਸ ਦੇ ਬਾਰੇ ਇਸ ਟਾਈਮ ਦੇ ਥਰੂ ਅਵੇਅਰਨੈਸ ਬਹੁਤ ਕ੍ਰੀਏਟ ਹੋਈ। ਸੋ ਲੋਕਾਂ ਨੇ ਰੀਅਲਾਈਜ਼ ਕੀਤਾ ਕਿ ਹਾਂ, ਕਿਉਂਕਿ ਡਿਲੇ ਕਰੀ ਜਾਂਦੇ ਬੜੀ ਵਾਰੀ, ਤੁਸੀਂ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਆ ਲੋਕ ਡਿਲੇ ਕਰੀ ਜਾਂਦੇ ਆ। ਇਹਦੇ ਵਿੱਚ ਉਹਨਾਂ ਨੇ ਰੀਅਲਾਈਜ਼ ਕੀਤਾ, ਸਾਡੀ ਜੌਬ ਇਹ ਸੀ ਉਹਨੂੰ ਰੀਅਲਾਈਜ਼ ਕਰਵਾਇਆ ਅਸੀਂ ਕਿ ਦੇਖੋ ਜ਼ਿੰਦਗੀ ਦੇ ਵਿੱਚ ਅਨਫੋਰਸੀਨ ਸਰਕਮਸਟੈਂਸਿਸ ਜਿਹੜੇ ਆ ਇੱਦਾਂ ਚੇਂਜ ਹੋ ਸਕਦਾ ਸਾਰਾ ਕੁਝ ਵਿਦਨ 1 ਸੈਕਿੰਡ 1 ਡੇ, ਸਾਰਾ ਸਿਸਟਮ ਸਭ ਕੁਝ ਚੇਂਜ ਹੋ ਗਿਆ। ਜਿਹੜੇ ਲੋਕਾਂ ਨੂੰ ਕੋਵਿਡ ਨੇ ਅਫੈਕਟ ਕੀਤਾ, ਈਵਨ ਹਸਪੀਟਲਾਈਜ਼ ਹੋਣ ਤੋਂ ਬਾਅਦ ਫੈਮਿਲੀ ਨਹੀਂ ਦੇਖ ਸਕਦੀ, ਕੋਈ ਬੰਦਾ ਨਹੀਂ ਮਿਲ ਸਕਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈ ਥਿੰਕ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਜਿਹੜੀ ਆ ਉਹਨਾਂ ਦੀ ਅੰਡਰਸਟੈਂਡਿੰਗ ਬੈਟਰ ਹੋਈ ਆ ਅੱਗੇ ਨਾਲੋਂ। ਹੁਣ ਈਵਨ ਅਸੀਂ ਸ਼ੁਰੂ 'ਚ ਥੋੜ੍ਹਾ ਸਾਨੂੰ ਚੈਲੰਜ ਸੀਗਾ, ਪਰ ਲੇਟਰ ਔਨ ਸਾਰਾ ਕੁਝ ਹੌਲੀ ਹੌਲੀ ਸਮੂਥ ਹੋਣਾ ਸਟਾਰਟ ਹੋ ਗਿਆ। ਲੋਕਾਂ ਨੇ ਸੁਣਨਾ ਸ਼ੁਰੂ ਕਰ ਦਿੱਤਾ, ਲੋਕਾਂ ਨੇ ਅੰਡਰਸਟੈਂਡ ਕਰਨਾ ਸ਼ੁਰੂ ਕਰ ਦਿੱਤਾ, ਅਤੇ ਨਾਨ ਫੇਸ ਟੂ ਫੇਸ ਐਪਲੀਕੇਸ਼ਨਸ ਅਸੀਂ ਸਟਾਰਟ ਕੀਤੀਆਂ। ਅਤੇ ਉਹਦੇ ਵਿੱਚ ਪਹਿਲਾਂ ਸੇਲ ਸਾਡੀਆਂ ਕਾਫੀ ਇਫੈਕਟ ਹੋਈਆਂ ਫਸਟ ਮੰਥ ਐਂਡ ਹਾਫ। ਉਹਦੇ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਹੁਣ ਠੀਕ ਹੋਣਾ ਸ਼ੁਰੂ ਹੋ ਗਿਆ। ਆਹ ਵੀਕ ਜਿਹੜਾ ਸਾਡਾ ਆ ਵਨ ਆਫ ਦੀ ਬੈਸਟ ਵੀਕ ਰਿਹਾ ਹੈਗਾ। ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਕਈ ਵਾਰੀ ਲੋਕ ਡਿਲੇ ਕਰ ਦਿੰਦੇ ਆ, ਸੋਚਦੇ ਆ ਕਿ ਉਹਨਾਂ ਨੂੰ ਆਪਣੇ ਲਈ, ਆਪਣੇ ਪਰਿਵਾਰ ਲਈ ਇਸ ਤਰ੍ਹਾਂ ਦੀ ਇੰਸ਼ੋਰੈਂਸ ਦੀ ਲੋੜ ਹੈ, ਪਰ ਸੋਚਦੇ ਸੋਚਦੇ ਕभी ਜਿਵੇਂ ਟਾਈਮ ਲਗਾ ਦਿੰਦੇ ਆ। ਜੇ ਖਾਸ ਤੌਰ ਤੇ ਪੈਂਡੈਮਿਕ ਦੀ ਗੱਲ ਕਰੀਏ ਤਾਂ ਕੀ ਪੈਂਡੈਮਿਕ ਤੋਂ ਜੋ ਲੋਕਾਂ ਨੂੰ ਸਫਰ ਕੀਤਾ ਹੈ ਲੋਕਾਂ ਨੇ, ਕਿ ਇਸ ਤਰ੍ਹਾਂ ਦੀ ਵੀ ਕੋਈ ਕਵਰੇਜ ਹੈ, ਜਾਂ ਫਿਰ ਇਸ ਸਿਚੁਏਸ਼ਨ ਨੂੰ ਵੇਖਦੇ ਹੋਏ ਇਸ ਇੰਡਸਟਰੀ ਵੱਲੋਂ ਇਸ ਤਰ੍ਹਾਂ ਦੇ ਕੁਝ ਨਵੇਂ ਪਲਾਨਸ ਲਿਆਂਦੇ ਗਏ ਨੇ? ਇਹਦੇ ਵਿੱਚ ਮੋਸਟਲੀ ਪਲਾਨਸ ਦੇ ਵਿੱਚ ਤਾਂ ਜ਼ਿਆਦਾ ਚੇਂਜਸ ਨਹੀਂ ਆਈਆਂ, ਪਰ ਅੰਡਰ ਰਾਈਟਿੰਗ ਚੇਂਜ ਹੋ ਗਈ। ਅੰਡਰ ਰਾਈਟਿੰਗ ਲੀਨੀਅੰਟ ਕਰ ਦਿੱਤੀ ਕੰਪਨੀਆਂ ਨੇ, ਕਿਉਂਕਿ ਹੁਣ ਮੈਡੀਕਲ ਜਿਹੜੀਆਂ ਕੰਪਨੀਆਂ ਮੈਡੀਕਲ ਕਰਨ ਜਾਂਦੀਆਂ ਲੋਕਾਂ ਦੇ ਘਰਾਂ ਦੇ ਵਿੱਚ, ਉਹ ਜਾ ਨਹੀਂ ਸਕਦੇ। ਸੋ ਇਸ ਕਰਕੇ ਨਾਨ ਮੈਡੀਕਲ ਜਿਹੜੀ ਲਿਮਿਟਸ ਚੇਂਜ ਹੋ ਗਈਆਂ, ਵੱਧ ਗਈਆਂ। ਸੋ ਪਹਿਲਾਂ 250 ਜਾਂ 500,000 ਤੱਕ ਮੈਕਸੀਮਮ ਨਾਨ ਮੈਡੀਕਲ ਪਾਲਿਸੀਆਂ ਹੁੰਦੀਆਂ ਸੀ। 9 ਮਿਲੀਅਨ ਅਪ ਟੂ 3 ਮਿਲੀਅਨ ਕੰਪਨੀਆਂ ਨੇ ਚੇਂਜ ਕਰ ਦਿੱਤੀਆਂ। ਸੋ ਉਹਦੇ ਨਾਲ ਕਾਫੀ ਚੇਂਜਸ ਜਿਹੜੀਆਂ ਆਈਆਂ ਨਾਨ ਫੇਸ ਟੂ ਫੇਸ ਜਾਂ ਟੈਲੀ ਇੰਟਰਵਿਊ ਦੇ ਥਰੂ, ਜਿਹੜੀ ਆ ਲੋਕਾਂ ਨੂੰ ਬੈਟਰ ਕਵਰੇਜ। ਪਰ ਕਈ ਬੰਦੇ ਜਿੱਦਾਂ ਹੁਣ ਸਟਰਗਲ ਕਰ ਰਹੇ ਸੀ, ਕਿਉਂਕਿ ਕੰਮ ਚੱਲ ਗਏ, ਘਰ ਬੈਠ ਗਏ ਲੋਕ, ਗਵਰਨਮੈਂਟ ਨੇ ਈਵਨ ਹੈਲਪ ਕੀਤੀ ਉਹਨਾਂ ਦੀ, ਪਰ ਲੋਕ ਸੋਚਣ ਲੱਗ ਜਾਂਦੇ ਆ ਕਿ ਕੱਲ੍ਹ ਨੂੰ ਪਤਾ ਨਹੀਂ ਕਿੱਦਾਂ ਦੀ ਸਿਚੁਏਸ਼ਨ ਬਣਨੀ, ਕਿੰਨਾ ਲੰਬਾ ਟਾਈਮ ਇਹ ਕੋਵਿਡ ਚੱਲਣਾ ਸਿਚੁਏਸ਼ਨ ਜਿਹੜੀ ਆ। ਉਹਦੇ ਲਈ ਸਲੂਸ਼ਨ ਪਰਮਾਨੈਂਟ ਦੀ ਜਗ੍ਹਾ ਤੁਸੀਂ ਟੈਂਪਰੇਰੀ ਸਲੂਸ਼ਨ, ਜਿਹੜੀ ਚੀਪ ਪ੍ਰੀਮੀਅਮ, ਸਸਤਾ ਪ੍ਰੀਮੀਅਮ ਆ ਕਵਰੇਜ ਲੈਣ ਦੇ ਲਈ, ਜੋ ਅਫੋਰਡੇਬਿਲਟੀ ਉਹਦੇ ਬੇਸ 'ਤੇ ਅੱਜ ਉਹ ਅਫੋਰਡੇਬਲ ਕਰਕੇ, ਜੋ ਲੇਟਰ ਔਨ ਫਿਊਚਰ ਦੇ ਵਿੱਚ ਚੀਜ਼ਾਂ ਚੇਂਜ ਹੁੰਦੀਆਂ ਉਹ ਕਨਵਰਟ ਕਰਕੇ ਦੂਸਰੇ ਪਲਾਨ 'ਚ ਲੈ ਕੇ ਜਾ ਸਕਦੇ। ਕਨਵਰਜਨ ਦੀਆਂ ਆਪਸ਼ਨਸ ਜਿਹੜੀਆਂ ਕੰਪਨੀਜ਼ ਨੇ ਕਾਫੀ ਬੈਟਰ ਅਡੋਪਟ ਕੀਤੀਆਂ। ਜੇ ਕੋਈ ਸਟਿਲ ਸਟਰਗਲ ਕਰਦਾ ਪ੍ਰੀਮੀਅਮ ਦੇ ਥਰੂ, ਉਹਨਾਂ ਨੂੰ 90 ਡੇਜ਼ ਗ੍ਰੇਸ ਪੀਰੀਅਡ ਦੇ ਦਿੱਤਾ, 30 ਦਿਨ ਦੀ ਜਗ੍ਹਾ 90 ਦਿਨ ਕਰ ਦਿੱਤਾ। ਜਿਹੜੀਆਂ ਉਹ ਪੇਮੈਂਟਾਂ ਮਿਸ ਕਰਦੇ ਆ ਉਹਦੇ ਲਈ 6 ਮੰਥ ਦਾ ਹੋਰ ਟਾਈਮ ਦੇ ਦਿੱਤਾ ਉਹਨਾਂ ਨੂੰ ਕੈਚ ਅਪ ਕਰਨ ਦੇ ਲਈ ਬਾਅਦ ਦੇ ਵਿੱਚ। ਸੋ ਕਾਫੀ ਚੇਂਜਸ ਜਿਹੜੀਆਂ ਦੇਖਣ ਨੂੰ ਮਿਲੀਆਂ, ਕਿ ਜਿਹੜੀਆਂ ਅਨਹਰਡ ਸੀ ਪਹਿਲਾਂ। ਇੰਸ਼ੋਰੈਂਸ ਕੰਪਨੀਆਂ ਨੇ ਜਦੋਂ ਅਪਰੋਚ ਕਰਕੇ ਕਹਿੰਦੇ ਕੋਈ ਇੱਦਾਂ ਦਾ ਕੰਮ ਕਰ ਲਈ, ਤਾਂ ਉਹ ਸਾਰੇ ਕਹਿੰਦੇ ਸੀ ਇਟਸ ਨਾਟ ਪੋਸੀਬਲ। ਨਾਨ ਫੇਸ ਟੂ ਫੇਸ ਇੰਨੀ ਲਿਮਿਟ ਜਿਹੜੀਆਂ ਇਸ਼ੂ ਕਰਨ ਦੀਆਂ ਉਹ ਵੀ ਪੋਸੀਬਲ ਨਹੀਂ ਸੀਗੀਆਂ। ਪਰ ਕੋਵਿਡ ਨੇ ਸਾਰੀ ਸਿਚੁਏਸ਼ਨ ਚੇਂਜ ਕਰਤੀ। ਵਿਦਨ ਅ ਮੰਥ, ਮੰਥ ਐਂਡ ਹਾਫ ਸਾਰੀ ਟੈਕਨੋਲੋਜੀ, ਟੂਲਸ, ਸਾਰਾ ਕੁਝ ਚੇਂਜ ਹੋ ਗਿਆ। ਜਿਹੜੇ ਕੰਪਨੀਆਂ ਕਈ ਕਿੰਨੇ ਸਾਲ ਲਾ ਦਿੰਦੀਆਂ ਕਰਨ ਨੂੰ, ਸੋ 1 ਮਹੀਨੇ 1.5 ਮਹੀਨੇ ਦੇ ਵਿੱਚ ਸਾਰਾ ਕੁਝ ਜਿਹੜਾ ਸਿਸਟਮ ਉਹਨਾਂ ਨੂੰ ਦੇ ਵਰ ਫੋਰਸਡ ਟੂ ਚੇਂਜ।
ਜੀ ਬਿਲਕੁਲ, ਇੱਕ ਨਵੀਂ ਸਿਚੁਏਸ਼ਨ ਸੀਗੀ, ਇੱਕ ਨਵਾਂ ਬਦਲਾਵ ਵੀ ਅਸੀਂ ਦੇਖਿਆ ਹੈ। ਜਿਵੇਂ ਇੰਡਸਟਰੀ ਨੇ ਰਿਲੀਫ ਬੈਨੀਫਿਟਸ ਦਿੱਤੇ ਨੇ ਲੋਕਾਂ ਨੂੰ, ਖਾਸ ਤੌਰ ਤੇ ਉਹ ਵੀ ਇੱਕ ਚੰਗੀ ਗੱਲ ਹੈ। ਪਰ ਹੁਣ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਰეკਮੈਂਡੇਸ਼ਨਸ ਹੈ? ਕਿਉਂਕਿ ਕਈ ਵਾਰੀ ਅਸੀਂ ਲੋਕਾਂ ਨੂੰ ਅਸੀਂ ਵੇਖਿਆ ਕਿ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਇੰਸ਼ੋਰੈਂਸ ਤੁਹਾਡੇ ਕੋਲ ਆਪਣੇ ਲਈ, ਆਪਣੇ ਪਰਿਵਾਰ ਲਈ ਹੋਣੀ ਚਾਹੀਦੀ ਹੈ। ਪਰ ਹੁਣ ਜਿਵੇਂ ਇੱਕ ਨਵੀਂ ਤਰ੍ਹਾਂ ਦੀ ਸਿਚੁਏਸ਼ਨ ਆ ਗਈ ਹੈ, ਅਜਿਹੇ ਵਿੱਚ ਤੁਸੀਂ ਲੋਕਾਂ ਨੂੰ ਕੀ ਰეკਮੈਂਡ ਕਰਦੇ ਹੋ? ਕਿਉਂਕਿ ਜਿਹੜੀ ਇਲਨੈਸ ਦੀ ਇੰਸ਼ੋਰੈਂਸ ਹੈ ਉਹ ਵੀ ਬਹੁਤ ਜ਼ਰੂਰੀ ਹੈ। ਜਿੱਦਾਂ ਕ੍ਰਿਟੀਕਲ ਇਲਨੈਸ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਬੰਦਾ ਹੈਲਥੀ ਆ ਉਹ ਇੰਸ਼ੋਰੈਂਸ ਲਈ ਅਪਲਾਈ ਕਰ ਸਕਦਾ। ਜਦੋਂ ਕੋਈ ਚੀਜ਼ ਉਹਨੂੰ ਪ੍ਰੋਬਲਮ ਹੋ ਗਈ, ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਇੰਸ਼ੋਰੈਂਸ ਦੇ ਲਈ ਕੁਆਲੀਫਾਈ ਕਰਨਾ ਬਹੁਤ ਹਾਰਡ ਹੋ ਜਾਂਦਾ। ਕੰਪਨੀਆਂ ਦੀਆਂ ਕੰਡੀਸ਼ਨਸ, ਰੂਲਸ, ਰੈਗੂਲੇਸ਼ਨ ਸਾਰੇ ਚੇਂਜ ਹੋ ਜਾਂਦੇ ਆ। ਉਹਦੀ ਅੰਡਰ ਰਾਈਟਿੰਗ ਦੀਆਂ ਕੰਡੀਸ਼ਨ ਸਾਰੀਆਂ ਚੇਂਜ ਹੋ ਜਾਂਦੀਆਂ। ਫਲੈਕਸੀਬਿਲਿਟੀ ਕੰਟਰੈਕਟ ਦੇ ਵਿੱਚ ਖਤਮ ਹੋ ਜਾਂਦੀ ਆ। ਸੋ ਜਿੰਨੀ ਜਲਦੀ ਜਦੋਂ ਹੈਲਥੀ ਆ ਆਪਾਂ, ਜਿਹੜੀ ਚੀਜ਼ ਅਵੇਲੇਬਲ ਆ ਇਲਨੈਸ ਨੂੰ ਕਵਰ ਕਰਨ ਦੇ ਲਈ, ਲਾਈਫ ਨੂੰ ਕਵਰ ਕਰਨ ਦੇ ਲਈ, ਉਹ ਆਪਾਂ ਨੂੰ ਲੈ ਲੈਣੀ ਚਾਹੀਦੀ ਆ। ਜੇ ਆਪਾਂ ਨੂੰ ਪ੍ਰੀਮੀਅਮ ਦੀ ਕੋਈ ਇਸ਼ੂ ਆ, ਸਸਤੇ ਪ੍ਰੀਮੀਅਮ ਵਾਲੀਆਂ ਕਵਰੇਜ ਅਵੇਲੇਬਲ ਹੈਗੀਆਂ। ਟਰਮ ਪਲਾਨ ਲੈ ਸਕਦੇ ਆ ਕੰਪੇਅਰ ਟੂ ਪਰਮਾਨੈਂਟ। ਥੋੜ੍ਹੇ ਸਾਲਾਂ ਦਾ ਪਲਾਨ ਨਾਲੋਂ ਉਹਨੂੰ ਤੁਸੀਂ ਕਵਰੇਜ ਜਿਹੜਾ ਪ੍ਰੀਮੀਅਮ ਉਹਨੂੰ ਐਕਸਟੈਂਡ ਕਰ ਸਕਦੇ ਜ਼ਿਆਦਾ ਸਾਲਾਂ ਦੇ ਲਈ। ਸੋ ਅਫੋਰਡੇਬਿਲਿਟੀ ਤੁਹਾਡੀ ਜਿਹੜੀ ਆ ਹੋ ਸਕਦੀ ਉਹਦੇ ਨਾਲ। ਜੀ ਤੁਸੀਂ ਬ੍ਰਿਟਿਸ਼ ਕੋਲੰਬੀਆ ਬੇਸਡ ਹੈਗੇ ਹੋ, ਬਟ ਤੁਹਾਡੇ ਵੱਲੋਂ ਜਿਹੜੀ ਕਵਰੇਜ ਹੈਗੀ ਹੈ ਉਹ ਸਿਰਫ ਉਧਰ ਹੀ ਨਹੀਂ, ਪੂਰੀ ਵਰਲਡ ਵਾਈਡ ਦਿੱਤੀ ਜਾਂਦੀ ਹੈ? ਹਾਂਜੀ, ਜਿਹਦੇ ਕੋਲ ਵੀ ਇੰਸ਼ੋਰੈਂਸ ਹੈ ਉਹ ਕਿਤੇ ਵੀ ਦੁਨੀਆ ਦੇ ਵਿੱਚ ਹੈ, ਜਿਹਦੇ ਕੋਲ ਪਾਲਿਸੀ, ਐਕਟਿਵ ਪਾਲਿਸੀ ਹੈਗੀ ਆ, ਉਹ ਦੇ ਆਰ ਫੁੱਲੀ ਕਵਰਡ। ਤੇ ਕਿਤੇ ਵੀ ਕੋਈ ਬੰਦਾ ਕਿਤੇ ਸਟਕ ਹੋਇਆ ਹੈ, ਜਿਹਦੇ ਕੋਲ ਇੰਸ਼ੋਰੈਂਸ ਪਲਾਨ ਹੈਗਾ, ਉੱਥੇ ਕੁਝ ਵੀ ਚੀਜ਼ ਹੈਪਨ ਹੁੰਦੀ ਆ, ਉਹਦੇ ਲਈ ਉਹ ਫੁੱਲੀ ਕਵਰਡ ਹੈਗੇ। ਜੀ, ਹਾਲ ਹੀ ਵਿੱਚ ਤੁਹਾਡੀ 4th ਬੁੱਕ ਅਸੀਂ ਸੁਣਿਆ ਕਿ ਰਿਲੀਜ਼ ਹੋ ਰਹੀ ਹੈ, ਉਸ ਦੇ ਬਾਰੇ ਜਾਣਨਾ ਚਾਹਾਂਗੇ। ਮੇਰੀ ਚੌਥੀ ਬੁੱਕ ਜਿਹੜੀ ਆ ਉਹਦਾ ਨਾਂ ਹੈਗਾ ਮਾਈ 10 ਸੀਕ੍ਰੇਟਸ ਟੂ ਸਕਸੈਸ। ਉਹਦੇ ਵਿੱਚ ਜਿਹੜਾ ਮੇਰਾ 30-31 ਸਾਲ ਦਾ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਆ, ਜਦੋਂ ਤੋਂ ਲੈ ਕੇ ਮੈਂ ਕੈਨੇਡਾ 'ਚ ਆਇਆ, ਕਿੱਦਾਂ ਮੇਰੀ ਲਾਈਫ ਕਿਹੜੀਆਂ ਸਿਚੁਏਸ਼ਨ, ਸਟਰਗਲਸ ਦੇ ਵਿੱਚੋਂ ਦੀ ਮੈਂ ਲੰਘ ਕੇ ਅੱਜ ਜਿਹੜੀ ਸਕਸੈਸ ਹੈਗੀ ਆ ਉਸ ਮੁਕਾਮ 'ਤੇ ਜਿਹੜਾ ਮੈਂ ਪਹੁੰਚਿਆ। ਮੇਰਾ ਸਾਰਾ ਐਕਸਪੀਰੀਅੰਸ ਆ, ਕਿਹੜੇ ਲਾਈਫ ਦੇ ਪ੍ਰਿੰਸੀਪਲ ਜਿਹੜੇ ਮੈਂ ਫੋਲੋ ਕਰਦਾ, ਜਿਨ੍ਹਾਂ ਨੇ ਮੇਰੀ ਲਾਈਫ ਨੂੰ ਟੋਟਲੀ ਚੇਂਜ ਕੀਤਾ। ਸੋ ਇਹ ਬੁੱਕ ਜਿਹੜੀ ਆ ਐਮਾਜ਼ੋਨ 'ਤੇ ਅਵੇਲੇਬਲ ਹੈਗੀ ਆ ਅਤੇ ਵਰਲਡ ਵਾਈਡ ਅਵੇਲੇਬਲ ਹੈਗੀ ਆ, ਕੋਈ ਵੀ ਬਾਏ ਕਰ ਸਕਦਾ। ਇਹ ਹਰ ਇੱਕ ਬੰਦੇ ਨੂੰ ਗਾਈਡ ਕਰਦੀ ਹੈ। ਇਹ ਨਹੀਂ ਹੈਗਾ ਕਿ ਕੋਈ ਬਿਗਿਨਰ ਆ, ਬਿਜ਼ਨਸ 'ਚ ਸਟਾਰਟ ਕਰ ਰਿਹਾ ਜਾਂ ਕੋਈ ਐਕਸਪੀਰੀਅੰਸਡ ਹੈ। ਇਹਦਾ ਕੋਈ ਵੀ ਪੇਜ, ਕੋਈ ਵੀ ਚੈਪਟਰ ਕਿਤਿਓਂ ਵੀ ਖੋਲ੍ਹ ਕੇ ਪੜ੍ਹਨਾ ਸਟਾਰਟ ਕਰ ਲਓ, ਇਹ ਇੱਕ ਕੰਪਲੀਟ ਉਹਦਾ ਉਹ ਪੋਰਸ਼ਨ ਆ। ਕੋਈ ਵੀ ਚੈਪਟਰ ਜਿਹੜਾ ਖੋਲੋਗੇ, ਐਕਸਰਸਾਈਜ਼ ਹੈਗੀਆਂ ਜਿਹੜੀਆਂ ਗਾਈਡ ਕਰਦੀਆਂ, ਸਪੈਸ਼ਲੀ ਜਿਹੜਾ ਸਾਡਾ ਐਟੀਟਿਊਡ ਆ ਉਹਦਾ ਕਿੰਨਾ ਵੱਡਾ ਰੋਲ ਆ। ਲੈਟ ਗੋ ਆਫ ਪਾਸਟ ਜਿਹੜਾ ਆਪਾਂ ਕਈ ਵਾਰੀ ਬੈਗੇਜ ਪਿੱਛੇ ਦਾ ਲੈ ਕੇ ਚੱਲਦੇ ਰਹਿੰਦੇ ਆਪਣੇ ਨਾਲ। ਕੰਫਰਟ ਜ਼ੋਨ ਤੋਂ ਆਪਣੇ ਤੋਂ ਕਿੱਦਾਂ ਬਾਹਰ ਆਉਣਾ। ਸੋ ਬਾਕੀ ਜਿਹੜਾ ਗ੍ਰੈਟੀਟਿਊਡ, ਜਿਹੜਾ ਕੋਈ ਬੰਦਾ ਸਾਡੇ ਲਈ ਲਾਈਫ ਦੇ ਜ਼ਿੰਦਗੀ ਦੇ ਵਿੱਚ ਕਦੀ ਖੜਾ ਹੋਇਆ ਕਿਸੇ ਚੀਜ਼ ਲਈ, ਉਹਨੂੰ ਯਾਦ ਰੱਖਣਾ ਕਿੰਨਾ ਜ਼ਰੂਰੀ ਆ। ਗੋਲ ਸੈਟਿੰਗ ਕਿੰਨੀ ਜ਼ਰੂਰੀ ਆ। ਉਹਦੇ ਨਾਲ ਸੈਲਫ ਡਿਵੈਲਪਮੈਂਟ ਜਿਹੜੀ ਆ, ਆਪਣੀ ਥਿੰਕਿੰਗ ਕਿੱਦਾਂ ਚੇਂਜ ਕਰਨੀ ਆ, ਆਪਣੇ ਬ੍ਰੇਨ ਨੂੰ ਕਿੱਦਾਂ ਟ੍ਰੇਨਡ ਕਰਨਾ ਥਿੰਕ ਡਿਫਰੈਂਟਲੀ ਕਰਨ ਦੇ ਲਈ। ਸਬਕੌਂਸ਼ੀਅਸ ਮਾਈਂਡ ਕੀ ਚੀਜ਼ ਆ, ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਕਿੱਦਾਂ ਟ੍ਰੇਨਡ ਕਰਨਾ, ਇਹ ਸਾਰੀਆਂ ਐਕਸਰਸਾਈਜ਼ਸ ਇਸ ਬੁੱਕ ਦੇ ਵਿੱਚ ਹੈਗੀਆਂ। ਜੀ ਬਿਲਕੁਲ, ਬਹੁਤ ਚੰਗੀ ਗੱਲ ਹੈ ਕਿ ਤੁਸੀਂ ਆਪਣੀ ਲਾਈਫ ਦੀ ਸਟਰਗਲਸ ਨੂੰ, ਆਪਣੀ ਸਕਸੈਸ ਸਟੋਰੀ ਨੂੰ ਇੱਕ ਬੁੱਕ ਦੇ ਰੂਪ ਵਿੱਚ ਸ਼ੇਅਰ ਕੀਤਾ ਹੈ, ਕਿਉਂਕਿ ਅਜਿਹੀ ਬੁੱਕ ਬਹੁਤ ਲੋਕਾਂ ਲਈ ਇੱਕ ਇਨਸਪੀਰੇਸ਼ਨ ਸਾਬਤ ਹੋ ਸਕਦੀ ਹੈ। ਥੈਂਕ ਯੂ ਸੋ ਮਚ, ਤੁਸੀਂ PTC ਪੰਜਾਬੀ ਦੇ ਲਈ ਟਾਈਮ ਕੱਢਿਆ ਤੇ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਥੈਂਕ ਯੂ ਤੁਹਾਡਾ ਬਹੁਤ-ਬਹੁਤ, ਮੈਨੂੰ ਸਾਰਿਆਂ ਦੇ ਰੂਬਰੂ ਹੋਣ ਦਾ ਤੁਸੀਂ ਚਾਂਸ ਦਿੱਤਾ, ਤੇ ਆਪਣਾ ਸਾਰੇ ਖਿਆਲ ਰੱਖੋ, ਸਟੇ ਸੇਫ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਸੋ ਹੁਣ ਤੱਕ ਲਈ ਇਨ ਫੋਕਸ ਵਿੱਚ ਬਸ ਇੰਨਾ ਹੀ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।